ਸ੍ਰੀ ਅਕਾਲ। ਪਿਛਲੀ ਕੜੀ ਵਿੱਚ ਮੈਨੂੰ ਯਾਦ ਹੈ ਕਿ ਮੈਂ ਸ਼ਾਇਦ ਕੁਝ ਹਿਰਦੇ ਦੇ ਸੰਬੰਧ ਵਿੱਚ ਦੱਸ ਰਿਹਾ ਸੀ ਕਿ ਪ੍ਰੀਵੈਂਸ਼ਨ ਆਫ ਹਾਰਟ ਡਿਸੀਜ਼। ਉਹਦੇ ਵਿੱਚ ਇੱਕ ਡਾਕਟਰ ਨੇ ਜਿਹੜਾ ਸੈਮੀਨਾਰ ਹੋ ਰਿਹਾ ਸੀਗਾ ਸਾਡਾ, ਉਹਨੇ ਕਿਹਾ ਕਿ ਵਾਹਿਗੁਰੂ ਨੇ, ਪਰਮਾਤਮਾ ਨੇ ਬੰਦੇ ਨੂੰ ਸਰਵੋਤਮ ਜੋਨੀ ਬਖਸ਼ੀ, ਉਹਦੇ ਨਾਲ ਨਾਲ ਉਹਨੂੰ ਉਹਦੇ ਸਰੀਰ ਦੇ ਅੰਗ ਦੂਜੀਆਂ ਜਾਤੀਆਂ ਨਾਲੋਂ ਕਿਤੇ ਅੱਛੇ ਆਪਾਂ ਸੋਚ ਸਕਦੇ ਹਾਂ, ਵਿਚਾਰ ਕਰ ਸਕਦੇ ਹਾਂ, ਬਹੁਤ ਗੱਲਾਂ ਨੂੰ ਆਪਣੇ ਲਾਈਫ ਸਟਾਈਲ ਨੂੰ ਚੇਂਜ ਕਰ ਸਕਦੇ। ਤਾਂ ਉਹਨਾਂ ਨੇ ਕਿਹਾ ਕਿ ਪਰ ਮਨੁੱਖ ਨੇ ਕੀ ਕੀਤਾ, ਮਨੁੱਖ ਨੇ 100 ਸਾਲ ਦੀ ਉਮਰ ਜਿਹੜੀ ਬਖਸ਼ੀ ਸੀ ਉਹਨਾਂ ਦੇ ਵਿੱਚੋਂ 40 ਸਾਲ ਕੱਟ ਦਿੱਤੇ। ਅੱਜ ਕੱਲ੍ਹ ਦੀ ਜਿਹੜੀ ਐਵਰੇਜ ਹੈਗੀ ਉਹ 60-70 ਸਾਲ ਦੀ ਰਹਿ ਗਈ। ਤਾਂ ਇਹਨਾਂ ਚੀਜ਼ਾਂ ਨੂੰ ਪ੍ਰਮੁੱਖ ਰੱਖਦੇ ਹੋਏ ਉਹਦੇ ਵਿੱਚ ਇਹ ਚੀਜ਼ ਦੇਖੀ ਗਈ ਕਿ ਅਗਲਾ ਜਿਹੜਾ ਰਿਸਕ ਫੈਕਟਰ ਜਿਹੜਾ ਹੈਗਾ ਉਹ ਡਾਇਬਟੀਜ਼ ਹੈ, ਮਧੂਮੇਹ ਰੋਗ। ਇਹ ਬਿਮਾਰੀ ਵੀ ਹਾਰਟ ਦੀ ਬਿਮਾਰੀ ਨੂੰ ਵਧਾ ਸਕਦੀ ਹੈ, ਇਹ ਬਹੁਤ ਨੁਕਸਾਨ ਕਰਦੀ ਹੈ। ਔਰ ਦੂਸਰੀ ਚੀਜ਼ ਜਿਹੜੀ ਮੈਂ ਦੱਸੀ ਸੀ ਕਿ ਉਹ ਡਾਕਟਰਾਂ ਨੇ ਆਪਸ ਵਿੱਚ ਹੀ ਵਿਚਾਰ ਵਟਾਂਦਰਾ ਕਰਦੇ ਹੋਏ ਕਿਹਾ ਕਿ ਅੱਧਾ ਘੰਟਾ ਬ੍ਰਿਸਕ ਵਾਕ ਸਾਨੂੰ ਪੈਦਲ ਚੱਲਣਾ ਚਾਹੀਦਾ। ਔਰ ਜਦੋਂ ਅਸੀਂ ਪੈਦਲ ਚੱਲੀਏ ਉਦੋਂ ਅਸੀਂ ਸਾਇਲੈਂਸ ਦੇ ਵਿੱਚ ਰਹੀਏ ਔਰ ਤੇਜ਼ ਚੱਲੀਏ। ਸਾਡਾ ਜਿਹੜਾ ਪਲਸ ਦਾ ਰੇਟ ਹੈ ਉਹ 72 ਤੋਂ 80 ਤੱਕ ਹੈ, ਪਰ ਉਸ ਟਾਈਮ ਦੇ ਉੱਤੇ ਜਦੋਂ ਅਸੀਂ ਚੱਲਦੇ ਹਾਂ ਤਾਂ ਉਹ 120 ਦੇ ਲਗਭਗ ਹੋਣਾ ਚਾਹੀਦਾ, ਤਾਂ ਕਿ ਸਾਡੇ ਹਾਰਟ ਦਾ ਜਿਹੜਾ ਸਰਕੂਲੇਸ਼ਨ ਹੈ ਉਹ ਚੱਲਦਾ ਰਹੇ। ਇਹ ਮਾਨਾ ਪੈਦਲ ਯਾਤਰਾ ਰੋਜ਼ ਦੀ ਬਹੁਤ ਜ਼ਰੂਰੀ ਹੈ। ਇੱਕ ਵਾਰੀ ਪੁੱਛਿਆ, ਸੈਮੀਨਾਰ ਚੱਲ ਰਿਹਾ ਸੀ, ਉਹ VIP ਦੇ ਵਿੱਚ ਇੱਕ ਬੰਦੇ ਨੂੰ ਪੁੱਛਿਆ, ਬਈ ਤੁਸੀਂ 70 ਸਾਲ ਦੀ ਉਮਰ ਸੀਗੀ ਵੀ ਤੁਸੀਂ ਕਿੰਨੀ ਵਾਕ ਕਰਦੇ ਹੋ? ਤਾਂ ਕੀ ਕਹਿਣ ਲੱਗੇ? ਕਹਿੰਦਾ ਬੈਡਰੂਮ ਤੋਂ ਲੈ ਕੇ ਬਾਥਰੂਮ ਤੱਕ, ਕਿ ਬਾਹਰ ਤਾਂ ਮੈਂ ਚੱਲ ਨਹੀਂ ਸਕਦਾ, ਬਸ ਆਪਣੇ ਬੈਡਰੂਮ ਤੋਂ ਲੈ ਕੇ ਬਾਥਰੂਮ ਤੱਕ ਜਾਣਾ, ਇਹ ਮੇਰੀ ਯਾਤਰਾ ਹੈ। ਆਪਾਂ ਦੇਖੀਏ, ਆਪਾਂ ਬੁਢਾਪਾ ਆ ਹੀ ਨਹੀਂ ਸਕਦਾ ਜੇ ਆਪਾਂ ਨਿਰੰਤਰ ਮਿਡਲ ਏਜ ਤੋਂ ਲੈ ਕੇ ਕਾਨਸਟੈਂਟ ਨਿਰੰਤਰ ਅਸੀਂ ਐਕਸਰਸਾਈਜ਼ ਵੀ ਕਰਦੇ ਹਾਂ। ਇਹ ਸਾਰੀਆਂ ਗੱਲਾਂ ਨੂੰ ਜੀਵਨ ਦੇ ਵਿੱਚ ਲੈ ਕੇ ਆਉਂਦੇ ਹਾਂ। ਇਹਦਾ ਇਹ ਵਿੱਚ ਬਚਾਓ ਹੈ ਤਾਂ ਅਸੀਂ ਇਹਨਾਂ ਚੀਜ਼ਾਂ ਤੋਂ ਬਚ ਸਕਦੇ ਹਾਂ। ਨਹੀਂ ਤਾਂ ਅੱਜ ਅਸੀਂ ਦੇਖਦੇ ਹਾਂ ਕਿ ਜਿਹੜੀ ਮੈਡੀਸਨ ਹੈ ਉਹ ਮੈਡੀਸਨ ਅਨੇਕ ਪ੍ਰਕਾਰ ਦੀ, ਬਲੱਡ ਪ੍ਰੈਸ਼ਰ ਨੂੰ ਘੱਟ ਕਰਨ ਵਾਸਤੇ, ਖੂਨ ਨੂੰ ਪਤਲਾ ਕਰਨ ਵਾਸਤੇ ਔਰ ਹਾਰਟ ਡਿਜ਼ੀਜ਼ ਨੂੰ ਕੰਟਰੋਲ ਕਰਨ ਵਾਸਤੇ ਸਾਰੀਆਂ ਚੀਜ਼ਾਂ ਦੱਸੀ ਜਾਂਦੀਆਂ। ਪੀਸ ਮੇਕਰ ਵੀ ਪਾਏ ਜਾਂਦੇ ਆ, ਬਾਇਓ ਦੂਸਰੀ ਸਰਜਰੀ ਵੀ ਕੀਤੀ ਜਾਂਦੀ ਹੈ, ਬਾਈਪਾਸ ਸਰਜਰੀ ਹੈ, ਔਰ ਇੱਥੋਂ ਤੱਕ ਕਿ ਅੱਜ ਕੱਲ੍ਹ ਤਾਂ ਨਵੀਂ ਸਟੰਟ ਵੀ ਆਉਣੇ ਸ਼ੁਰੂ ਹੋ ਗਏ ਨਵੇਂ। ਪਰ ਅਸੀਂ ਆਪਣੇ ਜੀਵਨ ਸ਼ੈਲੀ ਨੂੰ ਬਦਲਣਾ ਬਹੁਤ ਜ਼ਰੂਰੀ ਹੈ। ਔਰ ਦੂਸਰੀ ਚੀਜ਼ ਇਹ ਚੀਜ਼ ਹੈ ਕਿ ਇਹਦੇ ਨਾਲ ਕੁਝ ਸਮਾਜਿਕ ਸਵਾਸਥ ਜੁੜੀ ਹੋਈ ਹੈ ਕਿ ਜਦੋਂ ਬੰਦੇ ਨੂੰ ਕੁਛ ਨਾ ਕੁਛ ਵੇਗ ਆਉਂਦਾ ਹੈ, ਉਹਨੂੰ ਗੁੱਸਾ ਆਉਂਦਾ, ਉਹਨੂੰ ਤਣਾਅ ਵੱਧ ਜਾਂਦਾ ਹੈ। ਕਿਉਂਕਿ ਵਿਚਾਰਾਂ ਦੇ ਵਿੱਚ ਜੇ ਅਸੀਂ ਲੈਂਦੇ ਹਾਂ ਤਾਂ ਵਿਚਾਰ ਵੀ ਇੱਕ ਪ੍ਰਕਾਰ ਦੇ ਇਹਦੇ 'ਤੇ ਬਹੁਤ ਅਸਰ ਪਾਉਂਦੇ। ਇੱਕ ਵਿਚਾਰ ਹੈ ਨੈਗੇਟਿਵ ਅਤੇ ਇੱਕ ਵਿਚਾਰ ਪੋਜ਼ਿਟਿਵ, ਔਰ ਇੱਕ ਵਿਚਾਰ ਹੈਗੇ ਜਿਹੜੇ ਕਿ ਬਹੁਤ ਟੌਕਸਿਕ। ਜਦੋਂ ਅਸੀਂ ਬਹੁਤ ਕਿਸੇ ਨਾਲ ਝਗੜੇ ਦੇ ਵਿੱਚ ਆ ਜਾਂਦੇ ਹਾਂ, ਉਹ ਟੌਕਸਿਕ ਵਿਚਾਰ ਸਾਡੇ ਸਿਹਤ 'ਤੇ ਅਸਰ ਕਰਦੇ, ਉਹ ਸਾਡੇ ਹਾਰਟ ਦੀਆਂ ਨਾਲੀਆਂ ਦੇ ਉੱਤੇ ਵੀ ਅਸਰ ਕਰਦੇ। ਤਾਂ ਕੀ ਹੁੰਦਾ ਹੈ, ਕੁਛ ਤਾਂ ਨਾਲੀਆਂ ਪਹਿਲਾਂ ਹੀ ਬੰਦ ਹੋ ਜਾਂਦੀਆਂ ਕਿਉਂਕਿ ਚਰਬੀ ਵੱਧ ਰਹੀ ਹੈ, ਤਾਂ ਉਹ ਚਰਬੀ ਦੇ ਨਾਲ ਕੋਲੇਸਟਰੋਲ ਵੱਧ ਰਿਹਾ। ਔਰ ਕੋਲੇਸਟਰੋਲ ਨੂੰ ਵੀ ਅਸੀਂ ਇਹ ਕਹਿੰਦੇ ਹਾਂ ਕਿ ਕੋਲੇਸਟਰੋਲ ਨੂੰ ਇੱਕ ਪ੍ਰਕਾਰ ਦਾ 7 ਪ੍ਰਕਾਰ ਦਾ ਕੋਲੇਸਟਰੋਲ ਹੁੰਦਾ ਹੈ, ਜਿਹਨੂੰ ਲਿਪਿਡ ਪ੍ਰੋਫਾਈਲ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਉਹ ਜਦੋਂ ਅਸੀਂ ਟੈਸਟ ਕਰਾਉਂਦੇ ਹਾਂ ਉਹਦੇ ਵਿੱਚ ਜਿੰਨੇ ਵੀ ਅਲੱਗ ਹੈ, ਉਹਦੇ ਵਿੱਚ ਗੁੱਡ ਕੋਲੇਸਟਰੋਲ ਵੀ ਹੁੰਦਾ ਅਤੇ ਬੈਡ ਵੀ ਹੁੰਦਾ। ਜਿਹੜਾ ਬੈਡ ਹੈ ਉਹ ਕੀ ਕਰਦਾ ਹੈ, ਉਹ ਹਾਰਟ ਨੂੰ ਨੁਕਸਾਨ ਕਰਦਾ ਹੈ, ਜਿਹੜਾ ਗੁੱਡ ਹੈ ਉਹਨੂੰ ਫਾਇਦਾ ਕਰਦਾ ਹੈ। ਔਰ ਜਿਹੜਾ ਟਰਾਈਗਲਿਸਰਾਈਡ ਹੈ ਇੱਕ ਹੋਰ, ਉਹ ਇੱਕ ਪ੍ਰਕਾਰ ਦਾ ਹਾਰਟ ਨੂੰ ਨੁਕਸਾਨ ਕਰਦਾ ਹੈ।
ਉਹਦੇ ਨਾਲ ਹਾਈਪਰਟੈਂਸ਼ਨ ਵੱਧਦੀ ਹੈ। ਕਦੇ ਵੀ ਬਲੱਡ ਪ੍ਰੈਸ਼ਰ ਨੂੰ ਵਧਣਾ ਨਹੀਂ ਚਾਹੀਦਾ। ਨਾਰਮਲ ਬਲੱਡ ਪ੍ਰੈਸ਼ਰ ਤੁਸੀਂ ਪੁੱਛੋਗੇ ਤੇ ਕਿੱਦਾਂ ਹੋਣਾ ਚਾਹੀਦਾ ਹੈ, ਉਹ ਨਾਰਮਲੀ 120/80 ਹੋਣਾ ਚਾਹੀਦਾ ਹੈ। ਅਗਰ ਉਹ 110/70 ਹੈ ਤਾਂ ਵੀ ਕੋਈ ਗੱਲ ਨਹੀਂ। ਲੋ BP ਨੂੰ ਅਸੀਂ ਬਿਮਾਰੀ ਨਹੀਂ ਮੰਨਦੇ। ਵੱਡੇ ਵੱਡੇ ਡਾਕਟਰਾਂ ਨੇ ਵੀ ਕਿਹਾ ਕਿ ਕਈ ਡਾਕਟਰ ਸਮਝ ਲੈਂਦੇ ਆ ਕਿ ਤੁਹਾਡਾ BP ਤਾਂ ਬਹੁਤ ਲੋ ਹੋ ਗਿਆ, ਪਰ BP ਇੰਨਾ ਲੋ ਵੀ ਨਹੀਂ ਹੁੰਦਾ, 100 ਤੋਂ ਥੱਲੇ ਨਹੀਂ ਜਾਂਦਾ, ਔਰ ਨੀਚੇ ਵਾਲਾ ਵੀ ਤਕਰੀਬਨ 60 ਤੋਂ ਉੱਪਰ ਹੀ ਰਹਿੰਦਾ, 70 ਦੇ ਉੱਤੇ। ਉਹ ਵੀ ਤਕਰੀਬਨ 110/110/70 ਵੀ ਨਾਰਮਲ ਹੀ ਹੁੰਦਾ ਹੈ। ਤਾਂ ਜੇ ਉਹ BP ਬਹੁਤ ਵੱਧ ਜਾਂਦਾ, ਕਈਆਂ ਨੂੰ ਪਤਾ ਹੀ ਨਹੀਂ ਲੱਗਦਾ, ਕਈ ਵਾਰੀ ਅਸੀਂ ਚੈੱਕ ਕਰਦੇ ਹਾਂ ਤਾਂ ਬਿਮਾਰ ਦਾ BP 250 200 ਤੋਂ ਵੀ ਉੱਤੇ ਹੋ ਜਾਂਦਾ, ਪਰ ਉਹ ਮਰੀਜ਼ ਕਹਿੰਦਾ ਮੈਂ ਤਾਂ ਬਿਲਕੁਲ ਠੀਕ ਹਾਂ। ਪਰ ਇੱਕ ਚੀਜ਼ ਜ਼ਰੂਰ ਹੈ ਕਿ ਉਸ ਮਰੀਜ਼ ਨੂੰ ਇੱਕ ਵੱਡਾ ਖਤਰਾ ਇਹ ਹੈ ਕਿ ਜਦੋਂ ਉਹ ਪ੍ਰੈਸ਼ਰ ਵੱਧਦਾ ਹੈ ਤਾਂ ਸਾਡੇ ਮਸਤਕ ਦੀਆਂ ਜਿਹੜੀਆਂ ਛੋਟੀਆਂ ਛੋਟੀਆਂ ਨਾਲਕਾਂ ਜਿਹਨੂੰ ਅਸੀਂ ਆਰਟਰੀਜ਼ ਕਹਿ ਦਿੰਦੇ, ਔਰ ਉਹ ਸੂਖਸ਼ਮ ਹੈ, ਔਰ ਜਦੋਂ ਉਹ ਪ੍ਰੈਸ਼ਰ ਉਹਨਾਂ ਵਿੱਚ ਵੱਧਦਾ ਹੈ ਤਾਂ ਉਹ ਲੀਕ ਹੋ ਜਾਂਦੀ ਹੈ, ਉਹਨੂੰ ਕਰੈਕ ਕਰ, ਤਾਂ ਕੀ ਹੁੰਦਾ ਕਿ ਖੂਨ ਨਿਕਲ ਕੇ ਬ੍ਰੇਨ ਵਿੱਚ ਚਲਾ ਜਾਂਦਾ, ਔਰ ਉਹਦੇ ਨਾਲ ਤੁਹਾਨੂੰ ਵੱਡੀ ਤੋਂ ਵੱਡੀ ਬਿਮਾਰੀ ਵੀ ਹੋ ਸਕਦੀ ਹੈ। ਅਗਰ ਬਹੁਤ ਛੋਟਾ ਕਰੈਕ ਹੋਇਆ ਹੈ ਤਾਂ ਉਹਦੇ ਨਾਲ ਘੱਟ ਤੋਂ ਘੱਟ ਵੀ ਹੋ ਸਕਦੀ ਹੈ। ਔਰ ਕਈ ਵਾਰੀ ਫੇਸ਼ੀਅਲ ਪੈਰਾਲਾਈਸਿਸ ਵੀ ਹੁੰਦਾ ਹੈਗਾ, ਕਿ ਮੁੱਖ ਦਾ ਵੀ ਸਾਨੂੰ ਇਹ ਹੁੰਦਾ ਹੈ ਕਿ ਉਹ ਇੱਕ ਸਾਈਡ ਦੇ ਉੱਤੇ ਇਫੈਕਟ ਹੁੰਦਾ ਹੈ। ਤਾਂ ਇਸ ਤਰ੍ਹਾਂ ਹੀ ਇਹ ਚੀਜ਼ ਆ, ਹਾਈਪਰਟੈਂਸ਼ਨ ਦੇ ਨਾਲ ਬੰਦੇ ਨੂੰ ਅਧਰੰਗ ਦਾ ਦੌਰਾ ਪੈ ਸਕਦਾ ਹੈ। ਅਧਰੰਗ ਦੇ ਦੌਰੇ ਦੇ ਵੀ ਕਈ ਕਾਰਨ ਕਿ ਜਿਹੜਾ 60-70 ਸਾਲ ਤੋਂ ਉੱਪਰ ਆਯੂ ਜਾਂਦੀ ਹੈ ਤਾਂ ਉਹਨਾਂ ਨੂੰ ਖੂਨ ਪਤਲਾ ਕਰਨ ਵਾਸਤੇ ਕੁਝ ਨਾ ਕੁਝ ਮੈਡੀਸਨ ਹਿਰਦੇ ਰੋਗ ਦੇ ਪ੍ਰਸਿੱਧ ਡਾਕਟਰ ਐਡਵਾਈਜ਼ ਕਰਦੇ ਹੈ, ਤਾਂ ਉਹਨਾਂ ਨੂੰ ਸਾਰੀ ਜ਼ਿੰਦਗੀ ਲੈ ਲੈਣੀ ਚਾਹੀਦੀ ਹੈ। ਕੀ ਹੁੰਦਾ ਹੈ, ਕਈ ਵਾਰੀ ਸਾਡਾ ਓਲਡ ਏਜ ਦੇ ਵਿੱਚ, ਬੁਢਾਪੇ ਦੇ ਵਿੱਚ ਖੂਨ ਦੇ ਬਹਾਓ ਦੇ ਅੰਦਰ ਕੋਈ ਨਾ ਕੋਈ ਧੱਕਾ, ਜਿਹਨੂੰ ਕਹਿ ਦਿੰਦੇ ਆ ਖੂਨ ਦਾ ਕਲੌਟ ਆ ਗਿਆ, ਖੂਨ ਜੰਮ ਗਿਆ, ਉਹ ਕਿਸੇ ਕਾਰਨ ਉਹ ਬ੍ਰੇਨ ਦੇ ਅੰਦਰ ਚਲਾ ਗਿਆ, ਔਰ ਬ੍ਰੇਨ ਦੀ ਕਿਸੇ ਨਾਲੀ ਨੂੰ ਉਹ ਬਲੌਕ ਕਰ ਦਿੰਦਾ ਹੈ। ਉਸ ਟਾਈਮ ਦੇ ਉੱਤੇ ਵੀ ਸਾਡਾ ਕੋਈ ਨਾ ਕੋਈ ਹਿੱਸਾ ਵੀ ਪੈਰਾਲਾਈਜ਼ ਹੋ ਜਾਂਦਾ ਹੈ। ਜਿਸ ਤਰ੍ਹਾਂ ਇੱਕ ਬਾਂਹ ਦਾ ਰੁਕ ਜਾਣਾ, ਅਚਾਨਕ ਤੁਸੀਂ ਦਿਖ ਰਹੇ ਹੋ ਤੁਹਾਡੀ ਬਾਂਹ ਰੁਕ ਗਈ ਹੈ, ਤਾਂ ਜਿੰਨਾ ਉਹਦਾ ਅਸਰ ਹੁੰਦਾ ਹੈਗਾ ਉਹਨੇ ਹਿੱਸੇ ਨੂੰ ਉਹ ਡੈਮੇਜ ਕਰਦਾ ਹੈ। ਤਾਂ ਇਸ ਤਰ੍ਹਾਂ ਚੀਜ਼ਾਂ ਨੂੰ ਸਾਹਮਣੇ ਰੱਖਦੇ ਹੋਏ ਹਾਰਟ ਦੀਆਂ ਬਿਮਾਰੀਆਂ ਨੂੰ ਅਸੀਂ ਸਾਹਮਣੇ ਰੱਖੀਏ। ਔਰ ਇਹਦੇ ਨਾਲ ਅੱਜ ਮੈਂ ਕੁਝ ਗੱਲਾਂ ਤੁਹਾਨੂੰ ਡਾਇਬਟੀਜ਼ ਦੇ ਉੱਤੇ ਵੀ ਕਰਾਂਗਾ ਕਿ ਜਿਹੜੀ ਡਾਇਬਟੀਜ਼ ਦੀ ਬਿਮਾਰੀ ਹੈ ਇਹ ਬੜਾ ਭਿਆਨਕ ਰੋਗ ਵੀ ਕਿਹਾ ਹੈ। ਕੋਈ 2000 ਵਰਸ਼ ਪਹਿਲਾਂ ਇਹਦੇ ਬੀਜ ਸ਼ੁਰੂ ਹੋਏ ਸੀ, ਕੋਈ ਜ਼ਿਆਦਾ ਬਿਮਾਰੀ ਨਹੀਂ ਸੀ, ਪਰ ਹੌਲੀ ਹੌਲੀ ਜਿਉਂ-ਜਿਉਂ ਅੱਗੇ ਵਧੇ ਅੱਜ ਦੇ ਟਾਈਮ ਵਿੱਚ ਭਾਰਤ ਵਰਸ਼ ਦੇ ਅੰਦਰ ਪੂਰੀ ਦੁਨੀਆ ਦੇ ਵਿੱਚੋਂ ਇਹ ਮਰੀਜ਼ਾਂ ਦੀ ਗਿਣਤੀ ਵੱਧ ਹੈ। 25 ਤੋਂ ਲੈ ਕੇ 30% ਤੱਕ ਇਹ ਬਿਮਾਰੀ ਹੋ ਚੁੱਕੀ ਹੈ। ਇਹ ਬਿਮਾਰੀ ਨੂੰ ਪਹਿਲਾਂ ਰਾਜ ਰੋਗ ਕਿਹਾ ਜਾਂਦਾ ਸੀ। ਤਾਂ ਦੂਸਰੀ ਗੱਲ ਇਹ ਹੈ ਕਿ ਇਹ ਖਾਨਦਾਨੀ ਰੋਗ ਵੀ ਹੈ, ਪਰ ਇਹ ਬਿਮਾਰੀ ਛੂਆਛੂਤ ਦੀ ਨਹੀਂ ਹੈ, ਇੱਕ ਤੋਂ ਦੂਜੇ ਨੂੰ ਨਹੀਂ ਲੱਗ ਸਕਦੀ। ਖਾਨਦਾਨੀ ਰੋਗ ਇਸ ਤਰ੍ਹਾਂ ਹੈ ਕਿ ਅਗਰ ਮਾਂ ਤੇ ਬਾਪ ਦੋਨਾਂ ਨੂੰ ਸ਼ੂਗਰ ਹੈ ਤਾਂ ਉਹਨਾਂ ਬੱਚਿਆਂ ਨੂੰ 90% ਸ਼ੂਗਰ ਹੋਣ ਦੇ ਚਾਂਸ, ਔਰ ਉਹ ਜਿਹੜੀ ਸ਼ੂਗਰ ਹੈਗੀ 90% ਅਗਰ ਇੱਕ ਨੂੰ ਹੈ, ਬਾਪ ਨੂੰ ਹੈ, ਮਾਂ ਨੂੰ ਨਹੀਂ ਹੈ, ਮਾਂ ਨੂੰ ਹੈ, ਬਾਪ ਨੂੰ ਨਹੀਂ ਹੈ, ਤਾਂ ਉਹਦਾ ਤਕਰੀਬਨ 60% ਰਿਸਕ ਹੈ ਬੱਚਿਆਂ ਨੂੰ ਹੋਣ ਦਾ। ਔਰ ਦੂਸਰੀ ਚੀਜ਼ ਇਹ ਹੈ ਕਿ ਡਾਇਬਟੀਜ਼ ਦੋ ਪ੍ਰਕਾਰ ਦੀ ਹੁੰਦੀ ਹੈ। ਇੱਕ ਪ੍ਰਕਾਰ ਦੀ ਜਿਹੜੀ ਡਾਇਬਟੀਜ਼ ਹੈ ਉਹ ਛੋਟੇ ਬੱਚਿਆਂ ਨੂੰ ਹੁੰਦੀ ਹੈ। ਉਹਨਾਂ ਨੂੰ ਕਹਿ ਦਿੰਦੇ ਆ ਕਿ ਉਹਨਾਂ ਨੂੰ ਬਚਪਨ ਤੋਂ ਲੈ ਕੇ ਹੀ ਇਨਸੂਲਿਨ ਜਿਹੜੀ ਹੈ, ਜਿਹੜੀ ਸਾਡੇ ਪੇਟ ਦੇ ਅੰਦਰ
मैं पहला भी विवरण दिता सी कि गाजर की तरह एक ग्लैंड है जिन्हों असी पैंक्रीयास कह दईए। पेट के उत्ते हथ रखिए, खब्बे पासे ये है, ये अंदर कुछ सैल है कि जिन्होंने बेटा सैल कहते हैं, उन्होंने ये इंसुलिन क्रिएट होंदी रहिंदी है। और इधरों आप खाने दे विच शुगर लेने आ, और शुगर कोई एक प्रकार की नहीं है, चीनी वाली शुगर कुछ होर किस्म की है, उन्होंने अवॉइड करने की लोड़ है इस बीमारी में। और शुगर तो साढ़े खाने विच भी होती है, साढ़े चपातियां विच भी है, और दूसरी गल चावलों विच भी है, कई होर फ्रूट्स दे विच भी है। तो इस तरह ही करके ये चीज़ जिहड़ी बच्चों की है शुगर, वो देखा गया है कि छोटे बच्चों को भी 200-300 तक शुगर चली जाती है जन्म तो मगरों। पर यह उन्होंने फिर वो इलाज डायबिटोलॉजिस्ट जिहड़ा कि शुगर के रोगों का मार है, डायबिटीज़ का मार है, उन्होंने मिलने की लोड़ है, क्योंकि वो उन्होंने एडवाइस प्रॉपर कर सकते हैं कि किन्ने टाइम उसनों इंसुलिन की लोड़ है और किस तरीके ना देनी होंदी है, माँ बाप को समझा दिता जाता है। और दूसरी शुगर हैगी जिहड़ी वो है अडल्ट शुगर, जो कि मिडल एज के शुरू हो जाती है, कईयों 25 साल 30 साल 35 साल तो मगरों शुरू हो। वह फिर अलग इलाज है कि सब तो पहला तो यह चीज़ है कि अगर वो घट है तो शुगर जिहड़ी है कि वो फास्टिंग शुगर 70 तो लैके 70 तो लैके 100 तक नॉर्मल ही गाई जाती है। पर खाने तो मगरों ठीक 1.5 या 2 घंटा मगरों वो शुगर का रेट 140 तक वध सकता है, फिर भी नॉर्मल है 100 तो लैके 140 तक। तो कहने का भाव यह है कि जे इनू एक्सीड करती है शुगर, इसनू एक्सीड करती है, तो सानू पहला तो वो डॉक्टर एडवाइज करते कि तुसी एक्सरसाइज करो, मसल की एक्सरसाइज करो। कई बार सानू सारे मसलों की एक्सरसाइज फिजियोथेरापिस्ट भी दसदा हैगा ते डॉक्टर भी दसदा है। साढ़े माउंट आबू दे विच मैं एक डॉक्टर नूं मिलिया जदों साडी कॉन्फ्रेंस हो रही सी, तो उन्होंने मैं पूछया, वो कहंदे अजकल लोग एक्सरसाइज नहीं करते। तो उन्होंने यदि रिसर्च भी की ते बहुत सारे लैक्चर भी दिते हैं। मैनू उन्होंने गल्लां अपील कीतियां ते वो गल्लां अज भी मेरे मन दे विच है कि ठीक सानू अपने जीवन दे विच परहेज करना ही चाहिए। ये कुछ गल्लां हार्ट के संबंध विच ते डायबिटीज़ के संबंध विच तुसीं जरूर अपने जीवन विच लैके आओ। सत श्री अकाल।